ਦੁਬਰਾਏ ਤਿਹਾਉ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਨ ਮੇਰੋ ਗਜ ਜੇਵਾ ਮੇਰੀ ਕਾਤੀ। ਮਪ ਮਪ ਕਾਟੋ ਜਮ ਕੀ ਫਾਸੀ। ਕਹਾ ਕਰੋ ਜਾਤੀ ਕਹਿ ਕਰੋ ਪਾਤੀ। राम को नाम जपो दिन राते रहाओ। रांगण रांगण सीवन सीवो। राम नाम बिन घरिया ना जीवो। भगत करो हर के गुण गावो। आठ पैर अपना खसम त्यावो। सोने की सुई रूपे का धागा। नामे का चित हर्ष्यों लागा। सोने की सुई रूपे का धागा। नामे का चित हर्ष्यों लागा। वाहिगुरु जी का खालसा वाहिगुरु जी की फतेह। परम सत्कारयोग गुरु रो गुरु खालसा साध संगत जीओ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਵਾਹਿਗੁਰੂ ਭਗਤ ਨਾਮਦੇਵ ਜੀ ਜੋ ਉਪਦੇਸ਼ ਕਰ ਰਹੇ ਹਨ ਕਿ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਮਨੁੱਖ ਨੂੰ ਅਧਿਆਤਮਕ ਤੌਰ 'ਤੇ ਕਈ ਤਰ੍ਹਾਂ ਦੇ ਬੰਧਨ ਪਏ ਹੋਏ ਹਨ। ਉਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਧਨ ਇਹ ਵੀ ਹੈ ਕਿ ਮਨੁੱਖ ਕੋਈ ਆਪਣੀ ਜਾਤ ਬੜੀ ਉੱਚੀ ਮੰਨੀ ਬੈਠਾ ਹੈ, ਕੋਈ ਨੀਵੀਂ, ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ, ਕੋਈ ਆਪਣੇ ਕਿਰਤ ਦੇ ਵਿੱਚ ਹੀ ਆਪਣੀ ਸੁਰਤ ਨੂੰ ਬਿਠਾਈ ਬੈਠਾ ਹੈ, ਫਸਾਈ ਬੈਠਾ ਹੈ। ਜਦ ਕਿ ਚਾਹੀਦਾ ਸੀ ਕਿ ਸਰੀਰ ਇਸ ਸੰਸਾਰ ਦੇ ਵਿੱਚ ਹੁੰਦਾ ਪਰ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜੁੜੀ ਹੁੰਦੀ। ਜਦੋਂ ਮਨੁੱਖ ਦੀ ਸੁਰਤ ਸੰਸਾਰ ਵਾਲੇ ਪਾਸੇ ਹੈ ਫਿਰ ਇਹਨੂੰ ਕਈ ਤਰ੍ਹਾਂ ਦੇ ਬੰਧਨ ਨੇ। ਉਹਦੇ ਵਿੱਚੋਂ ਇੱਕ ਮੁੱਖ ਬੰਧਨ ਇਹ ਵੀ ਹੈ ਕਿ ਮੇਰੀ ਜਾਤ ਉੱਚੀ ਹੈ, ਜਾਂ ਕਿਸੇ ਦੇ ਮਨ ਵਿੱਚ ਇਹ ਹੈ ਕਿ ਮੇਰੀ ਜਾਤ ਨੀਵੀਂ ਹੈ। ਜਿਹਦੀ ਜਾਤ ਉੱਚੀ ਆਪਣੀ ਸਮਝੀ ਬੈਠਾ ਹੈ ਉਹਦੇ ਅੰਦਰ ਹੰਕਾਰ ਹੈ ਕਿ ਮੇਰੇ ਵਰਗਾ ਹੋਰ ਕੋਈ ਨਹੀਂ, ਅਤੇ ਜਿਹੜਾ ਆਪਣੀ ਜਾਤ ਨੀਵੀਂ ਮੰਨੀ ਬੈਠਾ ਹੈ ਉਹਦੇ ਅੰਦਰ ਹੀਣ ਭਾਵ ਹੈ ਕਿ ਮੈਂ ਇਸ ਨੀਵੀਂ ਜਾਤੀ ਦੇ ਵਿੱਚ ਕਿਉਂ ਆਇਆ, ਮੇਰਾ ਇਸ ਨੀਵੀਂ ਜਾਤੀ ਵਿੱਚ ਜਨਮ ਕਿਉਂ ਹੋਇਆ ਹੈ। ਇਹ ਵੀ ਇੱਕ ਬੰਧਨ ਹੈ। ਤੋ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਭਾਈ ਕੀ ਤੁਸੀਂ ਜਾਤ ਪਾਤ ਦਾ ਰੌਲਾ ਚੱਕੀ ਬੈਠੇ ਹੋ, ਕਿਉਂਕਿ ਜਾਤ ਪਾਤ ਇਹ ਮਨੁੱਖ ਨੇ ਬਣਾਈ ਹੈ। ਪਰਮਾਤਮਾ ਨੇ ਸਾਰੇ ਇੱਕੋ ਜਿਹੇ ਬਣਾਏ ਨੇ। ਪਰਮਾਤਮਾ ਨੇ ਕੋਈ ਫਰਕ ਨਹੀਂ ਰੱਖਿਆ। ਹਾਂ, ਜਿਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਹੈ ਉਸ ਤਰ੍ਹਾਂ ਦੀ ਉਹਦੀ ਜਾਤ ਹੋ ਜਾਂਦੀ ਹੈ। ਸਾ ਜਾਤ ਸਾ ਪਤ ਹੈ। ਜਿਹੇ ਕਰਮ ਕਮਾਏ ਉਸ ਤਰ੍ਹਾਂ ਦੀ ਇਹਦੀ ਜਾਤ ਪਾਤ ਭਾਵ ਕੁੱਲ, ਉਸ ਤਰ੍ਹਾਂ ਦੀ ਇਹਦੀ ਕੁੱਲ ਵੱਜਣ ਲੱਗ ਜਾਂਦੀ ਹੈ। ਉਸ ਤਰ੍ਹਾਂ ਦੀ ਇਹਦੀ ਜਾਤ ਹੋ ਜਾਂਦੀ ਹੈ ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ। ਇਸ ਕਰਕੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇਹ ਵੀ ਆਖਿਆ ਹੈ, ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਓ। ਮਹਾਰਾਜ ਕਹਿੰਦੇ ਤੁਹਾਡਾ ਜਿਹੜਾ ਜਾਤ ਦਾ ਤੁਸੀਂ ਚੱਕੀ ਫਿਰਦੇ ਹੋ
ਇਹ ਸਾਰਾ ਫੱਕੜ ਹੈ, ਬੇਅਰਥ ਹੈ। ਤੇ ਜਿਹੜਾ ਕਹਿੰਦੇ ਮੇਰਾ ਨਾਮ ਬੜਾ ਹੈ, ਇਹ ਵੀ ਵਿਅਰਥ ਹੈ, ਇਹ ਵੀ ਕਿਸੇ ਕੰਮ ਨਹੀਂ ਹੈ। ਕਿਉਂਕਿ ਸਾਰਿਆਂ ਜੀਵਾਂ ਤੇ ਇੱਕੋ ਰੱਬ ਦੀ ਛਾਂ ਹੈ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖੋ ਸ਼ੁਰੂਆਤ ਕੀਤੀ ਹੈ, ਇਹਨਾਂ ਸਾਰੇ ਬੰਧਨਾਂ ਨੂੰ ਤੋੜਿਆ ਹੈ। ਭਾਈ ਮਰਦਾਨਾ ਜੀ, ਜੇ ਆਪਾਂ ਵੇਖੀਏ ਮੁਸਲਮਾਨਾਂ ਦੀ ਕੈਟਾਗਰੀ ਦੇ ਵਿੱਚ ਵੀ ਜਿਹੜੇ ਭਾਈ ਮਰਦਾਨਾ ਜੀ ਜਿਵੇਂ ਮਰਾਸ਼ੀਆਂ ਵਿੱਚ ਆਉਂਦੇ ਨੇ, ਉਹ ਮੁਸਲਮਾਨਾਂ ਵਿੱਚ ਨੀਵੇਂ ਦਰਜੇ ਦੇ ਮੰਨੇ ਗਏ ਹਨ। ਉਹਨਾਂ ਨੂੰ ਕੋਈ ਆਪਣੇ ਘਰ ਵਾੜਦਾ ਨਹੀਂ, ਬਿਠਾਉਂਦਾ ਨਹੀਂ ਹੈ। ਉਹਨੂੰ ਕੋਲ ਤਾਂ ਕੀ ਬਿਠਾਉਣਾ ਹੈ, ਕੋਈ ਆਪਣੇ ਘਰ ਵੀ ਨਹੀਂ ਛੇਤੀ ਵੜਨ ਦਿੰਦਾ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਰੱਖਿਆ ਹੈ। ਨਾਲ ਹੀ ਨਹੀਂ ਰੱਖਿਆ, ਬਲਕਿ ਉਹਨੂੰ ਭਰਾ ਦਾ ਖਿਤਾਬ ਵੀ ਦਿੱਤਾ ਹੈ। ਭਾਈ ਦਾ ਅਰਥ ਹੈ ਭਰਾ, ਭਰਾ ਬਰਾਬਰ। ਭਰਾ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਪਿਓ ਦੀ ਜਾਇਦਾਦ ਦੇ ਵਿੱਚ ਉਹ ਬਰਾਬਰ ਦਾ ਹਿੱਸੇਦਾਰ ਹੁੰਦਾ ਹੈ, ਉਹਦਾ ਫਰਕ ਨਹੀਂ ਹੁੰਦਾ। ਭਾਵੇਂ 4 ਭਰਾ ਨੇ, ਭਾਵੇਂ 5 ਭਰਾ ਨੇ, ਕੋਈ ਛੋਟਾ ਹੈ ਕੋਈ ਵੱਡਾ ਹੈ, ਪਰ ਪਿਤਾ ਦੀ ਜਾਇਦਾਦ ਦੇ ਉਹ ਬਰਾਬਰ ਦੇ ਹਿੱਸੇਦਾਰ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੀ ਭਗਤੀ ਦੇ ਖਜ਼ਾਨੇ ਦੇ ਸਾਰੇ ਹੀ ਬਰਾਬਰ ਦੇ ਹਿੱਸੇ ਵਾਲ ਨੇ। ਤਾਂ ਹੀ ਮਹਾਰਾਜ ਨੇ ਭਾਈ ਦਾ ਖਿਤਾਬ ਦਿੱਤਾ ਹੈ, ਬਹੁਤ ਉੱਚਾ ਖਿਤਾਬ ਦਿੱਤਾ ਮਹਾਰਾਜ ਨੇ। ਇਹ ਨਹੀਂ ਕਿਹਾ ਮੇਰਾ ਸਿੱਖ ਹੈ, ਭਰਾ ਕਿਹਾ ਹੈ। ਸੋ ਇਸੇ ਤਰ੍ਹਾਂ ਦੇਖੋ ਫਿਰ ਗੁਰੂ ਸਾਹਿਬਾਨ ਨੇ ਉਹਨੂੰ ਪ੍ਰੈਕਟੀਕਲ ਕਰਕੇ ਵੀ ਵਿਖਾਇਆ ਹੈ, ਜਾਤਪਾਤ ਦੇ ਬੰਧਨਾਂ ਨੂੰ ਤੋੜਿਆ ਹੈ। ਔਰ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ, ਸਿਮਰਦੇ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਉ ਕਿਆ ਹਰੀ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਮਹਾਰਾਜ ਕਹਿੰਦੇ ਜਿਹੜੇ ਵੱਡੇਪਣ ਦੇ ਵਿੱਚ ਫਿਰਦੇ ਨੇ, ਸਾਡੀ ਅਸੀਂ ਉਹਨਾਂ ਨਾਲ ਬਣਦੀ ਹੀ ਨਹੀਂ ਹੈ। ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਛਕਣ ਨੂੰ ਤਿਆਰ ਹਾਂ ਮਹਾਰਾਜ, ਪਰ ਜਿਹੜੇ ਨੀਚ ਜਾਤ ਸ਼ੂਦਰ ਜਿਨ੍ਹਾਂ ਨੂੰ ਕਿਹਾ ਗਿਆ ਹੈ, ਜਦੋਂ ਸਾਨੂੰ ਅੰਮ੍ਰਿਤ ਛਕਾਉਣਾ ਹੈ ਸਾਡੇ ਨਾਲ ਕੋਈ ਹੋਰ ਨਾ ਬੈਠੇ। ਉੱਚੀ ਜਾਤ ਵਾਲਾ ਤਾਂ ਬੈਠ ਸਕਦਾ ਹੈ, ਪਰ ਕੋਈ ਸ਼ੂਦਰ ਸ਼੍ਰੇਣੀ ਦਾ ਮਨੁੱਖ ਸਾਡੇ ਨਾਲ ਨਾ ਬੈਠੇ। ਮਹਾਰਾਜ ਕਹਿੰਦੇ ਫਿਰ ਤੁਹਾਨੂੰ ਅੰਮ੍ਰਿਤ ਹੀ ਨਹੀਂ ਅਸੀਂ ਦੇ ਸਕਦੇ, ਕਿਉਂਕਿ ਇਸ ਕੋੜ ਨੂੰ ਤਾਂ ਖਤਮ ਕਰਨਾ ਹੈ। ਸੋ ਅਧਿਆਤਮਕ ਮਾਰਗ ਦੇ ਵਿੱਚ ਇਹ ਵੀ ਇੱਕ ਬੰਧਨ ਪੈਂਦਾ ਹੈ ਕਿ ਮੇਰੀ ਜਾਤ ਉੱਚੀ ਹੈ ਜਾਂ ਮੇਰੀ ਜਾਤ ਨੀਵੀਂ ਹੈ। ਫਿਰ ਹੀਣਤਾ ਆ ਜਾਂਦੀ ਹੈ ਵੀ ਅਸੀਂ ਤਾਂ ਭਗਤੀ ਨਹੀਂ ਕਰ ਸਕਦੇ, ਅਸੀਂ ਨਹੀਂ ਇਹ ਕੰਮ ਕਰ ਸਕਦੇ। ਐਸਾ ਬ੍ਰਾਹਮਣਵਾਦ ਨੇ, ਪੁਜਾਰੀਵਾਦ ਨੇ ਐਸਾ ਇਹਨਾਂ ਲੋਕਾਂ ਦੇ ਮਨ ਵਿੱਚ ਸਦੀਆਂ ਤੋਂ ਖਿਆਲ ਪਾ ਦਿੱਤਾ ਸੀ, ਤੁਸੀਂ ਬਾਣੀ ਨਹੀਂ ਪੜ੍ਹ ਸਕਦੇ, ਵੇਦਾਂ ਨੂੰ ਨਹੀਂ ਪੜ੍ਹ ਸਕਦੇ, ਸਿਮਰਤੀਆਂ ਨੂੰ ਨਹੀਂ ਪੜ੍ਹ ਸਕਦੇ, ਸ਼ਾਸਤਰਾਂ ਨੂੰ ਨਹੀਂ ਪੜ੍ਹ ਸਕਦੇ। ਭਾਵੇਂ ਵੇਖੋ ਜਿਹੜੇ ਭਗਤ ਸਾਹਿਬਾਨ ਹੋਏ ਨੇ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਉਹ ਵੀ ਇੱਕ ਨਹੀਂ ਕਰ ਸਕੇ ਸਾਰਿਆਂ ਨੂੰ। ਭਗਤ ਰਵਿਦਾਸ ਜੀ ਦੇ ਸਮੇਂ, ਭਗਤ ਨਾਮਦੇਵ ਜੀ ਦੇ ਸਮੇਂ, ਭਗਤ ਕਬੀਰ ਸਾਹਿਬ ਜੀ ਦੇ ਸਮੇਂ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਇੱਕ ਕਰ ਦਿੱਤਾ। ਇਹ ਗੱਲ ਵੱਖਰੀ ਹੈ ਕਿ ਅਸੀਂ ਆਪਣੀਆਂ ਜਾਤਾਂ ਪਾਤਾਂ ਨਾਲ ਚੁੱਕੀ ਫਿਰਦੇ ਹਾਂ। ਗੁਰੂ ਘਰ ਵੀ ਬਣਾ ਲਏ ਜਾਤਾਂ ਦੇ ਨਾਂ 'ਤੇ, ਪਾਤਾਂ ਦੇ ਨਾਂ 'ਤੇ। ਔਰ ਇਹ ਵੀ ਵੇਖਣ ਸੁਣਨ ਆਉਂਦਾ ਹੈ ਕਿ ਅਸੀਂ ਵੀ, ਭਾਵੇਂ ਮਹਾਰਾਜ ਨੇ ਸਾਨੂੰ ਬੜੇ ਸੋਹਣੇ ਸਿਧਾਂਤ ਬਖਸ਼ੇ, ਪਰ ਅਜੇ ਵੀ ਅਸੀਂ ਉਹ ਕੋੜ ਦੇ ਵਿੱਚ ਪਏ ਹੋਏ ਹਾਂ। ਸੋ ਭਗਤ ਨਾਮਦੇਵ ਜੀ ਕਹਿੰਦੇ ਭਾਈ ਕੀ ਤੁਸੀਂ ਆਪਣੀ ਜਾਤ ਪਾਤ ਦਾ ਰੌਲਾ ਚੱਕੀ ਬੈਠੇ ਹੋ, ਇਹਦਾ ਕੀ ਕਰੋਗੇ, ਕਿਸੇ ਕੰਮ ਨਹੀਂ ਹੈ। ਹਾਂ, ਪਰਮਾਤਮਾ ਦੀ ਭਗਤੀ ਕਰੋ। ਮੈਂ ਤਾਂ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹਾਂ,
इस करके जिहड़ा रब की भगती करदा उहदी जात पात रब वाली हो जाती है। रब की किहड़ी जात है दसो, रब की किहड़ी कुल आखोगे? रब ते ना कोई जात ना कोई पात ना कोई वंश, कुछ भी लागू नहीं हुंदा। पर मनुख ने अपने उपर इस तरह दी पता नहीं किन्ने कुछ होर बंधना का जंजाल पा छड्डिया है। अध्यात्मक मार्ग दे विच एक रुकावट है जात पात। जदों कोई मनुख अपने आप नूं मन्नेगा भी मैं फलाना हाँ, बस अंदर होमै आ गई भी मैं ते फलाना हाँ, बस वो ना फिर रब दे नेड़े हो गया। तो भगत नामदेव जी फिर नाल ये भी बचन आखे ने, ना कोई किरत माड़ी है। वो किरत कोई भी सानू संदेश दे रही है भी इस तरह तू रब का नाम जप। आओ भगत नामदेव जी जो फरमान कर रहे हैं सांझ पाइए। फरमान कीता है, आसा मन मेरो गज जेवा मेरी काती, मप मप काटों जम की फासी। आम पुराने समयां विच जिहड़ा कपड़ा रंगना सीवना बुनना ये शूदर श्रैणी दे जिहड़ा हिस्से विच आया सी। तो भगत नामदेव जी कहते हैं कि जिमें कोई दर्जी टेलर कपड़े सीवन वाला गज दे नाल कपड़े नूं मिणदा है, कटदा है कैंची नाल, फिर उहनूं सीवदा है। इसे तरह कहते असीं अपने मन नूं गज बना लिया। हर एक किरत सानूं रब नाल जोड़दी है। ये गल वखरी है कि असीं उहदे विचों संदेश उपदेश नहीं लै रहे। महाराज देखो चार तरह के तरीके ने दुनिया विच, चार ही तरह की किरत है दुनिया विच। चार तरीके ने दुनिया की दौलत नूं कमाउण दे। एक है करसानी करनी। करसानी दे विच सारियां फसलां बाग बगीचे बनस्पति टोटल आ जाती है, जिन्नी भी तरह की है। कोई फुल लावे, कोई बाग लावे, कोई फसल बीजे, ये सब किरसानी विच आ जाता है। दूसरा है दुकान पा लैनी, हट्टी कर लैनी, किसी भी चीज़ की हट्टी कर लवो। तीसरा है सतगुरु ने बाणी विच आखिया है कि नौकरी करनी, किसी दे कोल नौकरी करनी। चौथा है जिहड़ा डीलर बन जाना, सौदागर बन जाना कि थोड़ा जिहा धन ला के कोई वस्तु खरीद लई ते अगे उहनूं अपनी बुद्धि नाल जां जिथे लोड़ होवे उत्थे लै जाके ज़्यादा पैसिਆਂ विच वेचना। चीज़ लई सी थोड़े रेट दे विच, पर उहनूं जाके अपनी मर्जी दे नाल रेट रख के बेच रहा है, ਉਹਦੇ ਚੋਂ बहुत ज़्यादा लाभ कमा लैंदा। ये चार तरीके ने दुनिया विच, होर पंजवां कोई तरीका नहीं है। कोई किरसानी करे, खेती करे, बाग लावे, किसी भी तरह की बनस्पति की किरत है, खेती है। कोई हट्टी कर ले किसी भी तरह की, कोई कपड़ा बेचे, कोई कुछ करे, कोई कुछ करे। कोई नौकरी कर लवे किसी दी, राजे दी, बादशाह दी, किसी दे घर दी, किसी दे खेतां दी राखी करनी है, किसी भी तरह की नौकरी। फिर चौथा वपार है। महाराज कहते मन हाली किरसानी करनी। जे तू किरसान है तो रब दे मार्ग ते इदां चल सकदा है जिवें हाली हल वाहण वाला, जे वो दलिदरी होवे बत्तर लंघ जाता है। हाली तड़के उठ के ही, भावें हुण नवां समां आ गया है पर हुण भी ट्रैक्टरां वाले वीर 2 वजे जाके पैली वाहन लग जाते हैं सिरे तड़के। पता हुंदा है बत्तर सामना है, दिन चढ़ गया, सूरज चढ़ गया, हवा चल गई तो दिन बत्तर सुक जाएगा। पुराने समयां विच तड़के 2 वजे 2:30 वजे जाके हल वाहन लग जाते सी बुलदां नाल। हाली नूं बड़ा उद्यमी होना पवेगा। अपने मन नूं हाली बना लै, तड़के उठिया कर। मन हाली किरसानी करनी। किरसानी खेती कड़ी है, वो चंगी नेक कमाई भगती दी बंदगी दी। मन हाली किरसानी करनी, शर्म पानी तन
खेत नाम भी संतोख सुहागा रख गरीबी वेश भाव कर्म कर जमसी से कर भागट देख बाबा माया साथ ना होए इन माया जग मोया बिरला बूझै कोय सुन सास सौदागरी सत घोड़े लै चल। इसे तरह महाराज ने किया हान हट कर आरजा सच नाम कर वथ लाए चित कर चाकरी मन नाम कर कामे। चार तरह के किरत का उत्थे महाराज ने शब्द विच जिक्र कर दिता है। तू किसी भी तरह की किरत कर रहा है वो तेनू संदेश कर रही है भी रब का नाम इवें जप बंदगी कर। इस तरह इस तरीके नाल इत्थे तरह भगत नामदेव जी कहते कि मैं अपने मन नूं गज बना लिया। गज सीधा हुंदा बिल्कुल। आप जी ने वेखिया होवेगा कपड़ा जिहड़ा दुकानां विच भी वो कट के देंदे ने गज दे नाल कटदे ने। गज बिल्कुल सीधा हुंदा है। मन नूं सीधा करना है। बाबा फरीद जी कहंदे ने फरीदा मन मैदान कर टोए टिब्बे लाह अगे मूल ना आवसी दोजग संदी पाह। कहते मन नूं बिल्कुल सीधा कर लै पद्धरा कर लै। पद्धरा खेत होवे वधिया फसल पैदा हुंदी। उच्चा नीवा होवे पानी खड़ गया फसल मर गई जां उच्चा बाता पानी रिड़ गया थल्ले नूं फिर भी फसल वधिया नहीं हुंदी। फरीदा मन मैदान कर सीधा कर लै बिल्कुल। मन गज की तरह सीधा करके भगत नामदेव जी कहते जेवा मेरी काती मैं अपनी जीवा नूं ही कैंची बना लिया है। जिमें कैंची कपड़े नूं कटदी है इस तरह कहंदे मप मप काटों जम की फासी। साडे सारियां दे गलां विच जमा दी फाही पई हुई है। जमा दी फाही किहड़ी है? जिहड़े वकार ने माड़े कर्म ने माड़ा सोचना माड़ा वेखना माड़ा बोलना यही जम ने। काम क्रोध लोभ मोह हंकार ये जम सानू चिंबड़े हुए ने। जिस बारे भट्ट कीरत जी कहते ने भी गुरु की संगत का प्रताप ऐसा है। एक उत्तम पंथ सुनियो गुर संगत तेह मिलंत जम त्रास मिटाई। गुरु की संगत विच जदों आपां बैठे होइए ना काम ना क्रोध ना लोभ ना मोह ना हंकार। पर जिमें ही आपां वेखो गुरुद्वारे चों बाहर निकलते हैं गुरु की संगत विचों फिर साडे अंदर उन्हां चीज़ां दा असर होना शुरू हो जाता है। इन्हां दी फाही साडे गल विच पई हुई है। कट्टी किवें जावेगी? जदों जीवा दे नाल जपांगे वाहिगुरू 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 मप मप के भाव मिण मिण के। भी जिमें आपां शुरुआत विच अभ्यास करना होवे ना मन नहीं जुड़दा। तो गुरमुखो फिर जिहड़े गुरमुख ने वो की करते ने वो एक नेम बना लेंदे ने भी मैं 40 दिन ना इन्हें पाठ करने ने मप मप के मिण मिण के। क्योंकि उदा जाप हुंदा भी नहीं छेती। जिहड़े नवें हुंदे ने इस मार्ग दे पांधी जिहड़े तां पक्के अभ्यासी वो तां रोज़ अपना अभ्यास उन्हां दा चली जांदा है। पर जिहड़े नवें ने तां ही तो महापुरुष गुरमुख जुगती दसदे ने भी तू इन्ने दिन जाप कर। क्योंकि इन्ने दिन जाप करेगा उहदा कुछ ना कुछ असर होवेगा। वो फिर कहंदे इन्ने पाठ कर लै जा इन्ने पाठ रोज़ करिया कर। इनू कहंदे ने मप मप के मिण मिण के कपड़े नूं कटना। इस तरह गिनती के द्वारा गिनती करनी माड़ी नहीं है पर वह गिनती माड़ी जिहदे आपां लोकां नूं दस्सण लग जाइए मैं तां अज इन्ने पाठ कीते ने। अपनी साधना वास्ते आपां कोई गिनती रखी माड़ी गल नहीं है भी मैं रोज़ अपना नेम बना लवां इन्ने पाठ करने ने। उस हिसाब नाल नितनेम हो भी जाता है तो नहीं तो कदे कर लिया कदे ना। पर जे आपां लोकां नूं दस्सण लगी जी नहीं मैं तां इन्ने पाठ रोज़ करना जी इन्ने वो माड़ी गल है। तां इस तरह भगत नामदेव जी कहंदे कि मैं मिण मिण के भाव इस तरह जप कर करके जम की फाई विकारां की फाई अपने गल विचों कट दिती। जिहड़ा इत्थे विकारां तो मुक्त हो गया ना समझ लो अगे भी मुक्त है। तो जिहड़ा इत्थे विकारां विच फसिया होया है वो अगे भी नरकां विच ही जावेगा। वो अगे भी मुक्त नहीं हो सकता
ਗੁਰਬਾਣੀ ਨੇ ਇਸ ਗੱਲ 'ਤੇ ਮੋਹਰ ਲਾਈ ਹੈ ਕਿ ਜੋ ਜਿਸ ਤਰ੍ਹਾਂ ਦੀ ਸਿਮਰਤੀ ਵਿੱਚ ਜੀ ਰਿਹਾ ਹੈ ਨਾ, ਉਹਦਾ ਉਹੀ ਹਾਲ ਹੋਵੇਗਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਰੱਬ ਦਾ ਨਾਮ ਸਿਮਰਦਾ ਹੀ ਨਹੀਂ, ਮਾਇਆ ਨੂੰ ਹੀ ਸਿਮਰੀ ਜਾਂਦਾ ਹੈ। ਮਾਇਆ ਦਾ ਭਾਵ ਇਕੱਲਾ ਪੈਸਾ ਨਹੀਂ ਹੈ, ਦੇਹੀ ਨੂੰ ਹੀ ਲਿਪੀ ਪੋਚੀ ਜਾਂਦਾ, ਇਹ ਵੀ ਤਾਂ ਮਾਇਆ ਹੀ ਹੈ। ਪਰਿਵਾਰ ਨੂੰ ਹੀ ਯਾਦ ਕਰੀ ਜਾਂਦਾ ਹੈ, ਧੀਆਂ ਪੁੱਤਰਾਂ ਨੂੰ ਯਾਦ ਕਰੀ ਜਾਂਦਾ ਹੈ। ਆਪਾਂ ਵੇਖੋ ਫੋਨ ਕਰਦੇ ਹਾਂ, ਅਸੀਂ ਵੀ ਕਰਦੇ ਹਾਂ, ਆਪਾਂ ਸਾਰੇ ਇੱਕੋ ਹੀ ਤਰ੍ਹਾਂ ਦੇ ਹਾਂ। ਆਪਣੀ ਮਾਂ ਨੂੰ, ਪਿਓ ਨੂੰ, ਭੈਣ ਨੂੰ, ਭਰਾ ਨੂੰ, ਰਿਸ਼ਤੇਦਾਰ ਹੋਰ ਵੀ ਨੇ, ਅੱਧਾ ਅੱਧਾ ਘੰਟਾ ਗੱਲ ਕਰੀ ਜਾਂਦੇ ਹਾਂ। ਕਈ ਵਾਰ ਘੰਟਾ ਵੀ ਕਰੀ ਜਾਂਦੇ ਆ। ਜ਼ਿਆਦਾ ਵੀ ਟਾਈਮ ਪੈਣਾ ਬੀਬੀਆਂ ਨੂੰ ਤਾਂ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਕਈ ਵਾਰ। ਕਿਉਂਕਿ ਉਹਨਾਂ ਨੂੰ ਯਾਦ ਪਿਆਰ ਹੈ ਉਹਨਾਂ ਨਾਲ, ਉਹਨਾਂ ਨੂੰ ਸਿਮਰਦੇ ਹਾਂ, ਸਿਮਰਤੀ ਵਿੱਚ ਉਹ ਫਸੇ ਹੋਏ ਨੇ। ਇੰਨਾ ਸਮਾਂ ਸਾਨੂੰ ਗੁਰੂ ਚੇਤੇ ਨਹੀਂ ਆਉਂਦਾ, ਇੰਨਾ ਸਮਾਂ ਬਾਣੀ ਨਹੀਂ ਆਪਾਂ ਪੜ੍ਹਦੇ ਇੰਨੇ ਲਗਾਵ ਦੇ ਨਾਲ, ਜਿੰਨੇ ਲਗਾਵ ਦੇ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਇਹੀ ਮਾਇਆ ਦਾ ਸਿਮਰਨਾ ਹੈ ਜੋ ਅੰਤ ਕਾਲ ਜੋ ਕਿਉਂਕਿ ਸਾਰੇ ਦਿਨ ਇਹੀ ਸਿਮਰੀ ਜਾਂਦਾ ਵਾਰ ਵਾਰ। ਤੋ ਭਗਤ ਨਾਮਦੇਵ ਜੀ ਕਹਿੰਦੇ, ਮੈਂ ਤਾਂ ਆਪਣੀ ਜੀਵਾਂ ਨੂੰ ਕੈਂਚੀ ਬਣਾ ਕੇ ਜੋ ਇਹ ਵਿਕਾਰਾਂ ਦੀ, ਜਮਾਂ ਦੀ, ਵਿਸ਼ਿਆਂ ਦੀ ਗਲ ਵਿੱਚ ਫਾਈ ਪਈ ਹੈ, ਇਹਨੂੰ ਕੱਟੀ ਜਾ ਰਹੇ ਹਾਂ। ਗੁਰਮੁਖ ਇਸ ਤਰ੍ਹਾਂ ਆਪਣਾ ਅਭਿਆਸ ਵਧਾ ਲੈਂਦੇ ਨੇ ਵੀ ਰੋਜ਼ ਮੈਂ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨਾ ਹੈ, ਆਪਣੇ ਨਿਤਨੇਮ ਤੋਂ ਇਲਾਵਾ, ਜਾਂ 5 ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਜਾਂ ਇੰਨਾ ਸਮਾਂ ਕਰਨਾ ਹੈ। ਬਸ ਉਹ ਇੱਕ ਤਰੀਕਾ ਹੈ ਕਿ ਕਿਸੇ ਤਰੀਕੇ ਨਾਲ ਸਾਡੀ ਸਾਧਨਾ ਚੱਲੀ ਜਾਵੇ। ਤਾਂ ਇਸ ਤਰ੍ਹਾਂ ਵਿਕਾਰਾਂ ਤੋਂ ਵੀ ਮਨੁੱਖ ਬਚਿਆ ਰਹਿੰਦਾ ਹੈ। ਕਹਾ ਕਰੋ ਜਾਤੀ, ਕਹਿ ਕਰੋ ਪਾਤੀ। ਭਗਤ ਨਾਮਦੇਵ ਜੀ ਕਹਿੰਦੇ ਕੀ ਕਰਨਾ ਹੈ ਜਾਤ ਦਾ, ਪਾਤ ਦਾ। ਕੋਈ ਕਿ ਮੇਰੀ ਜਾਤ ਉੱਚੀ ਹੈ, ਮੇਰੀ ਕੁੱਲ ਉੱਚੀ ਹੈ। ਜਾਤ ਤੇ ਕੁੱਲ ਨੇ ਕਿਸੇ ਦੇ ਕੰਮ ਨਹੀਂ ਆਉਣਾ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਕਿਸੇ ਵਰਨ ਦਾ ਹੈ। ਉੱਥੇ ਮਹਾਰਾਜ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉੱਥੇ ਤੇਰੇ ਕਰਮਾਂ ਨੂੰ ਵੇਖਿਆ ਜਾਣਾ ਹੈ। ਰਾਮ ਕੋ ਨਾਮ ਜਪੋ ਦਿਨ ਰਾਤੀ। ਭਗਤ ਨਾਮਦੇਵ ਜੀ ਕਹਿੰਦੇ ਅਸੀਂ ਇਸ ਚੱਕਰ ਵਿੱਚੋਂ ਬਾਹਰ ਨਿਕਲ ਗਏ ਹਾਂ, ਜਾਤ ਪਾਤ ਦੇ ਚੱਕਰ ਵਿੱਚ ਨਹੀਂ ਰਹੇ। ਅਸੀਂ ਤਾਂ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ, ਪਰਮੇਸ਼ਵਰ ਦੇ ਨਾਮ ਨੂੰ ਜਪ ਰਹੇ ਹਾਂ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਰਾਂਗਣ ਰਾਂਗਣ ਸੀ ਰਾਂਗੋ ਸੀਵਣ ਸੀਵੋ। ਆਪਣੇ ਆਪ ਨੂੰ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ, ਭਗਤੀ ਦੇ ਰੰਗ ਵਿੱਚ ਰੰਗ ਲਿਆ ਹੈ, ਆਪਣੇ ਆਪ ਨੂੰ ਉਹਦੇ ਵਿੱਚ ਸੀ ਲਿਆ ਹੈ, ਪਰੋ ਲਿਆ ਬਿਲਕੁਲ ਉਹਦੇ ਨਾਮ ਦੇ ਨਾਲ। ਰਾਮ ਨਾਮ ਬਿਨ ਘੜੀ ਨਾ ਜੀਵੋ। ਤੇ ਨਿਸ਼ਾਨੀ ਕੀ ਹੈ? ਕਹਿੰਦੇ ਇੱਕ ਘੜੀ ਵੀ ਅਸੀਂ ਰੱਬ ਦੇ ਨਾਮ ਬਿਨਾ ਜੀ ਨਹੀਂ ਸਕਦੇ। ਵੇਖੋ ਆਪਾਂ ਰੋਟੀ ਤੋਂ ਬਿਨਾਂ ਵੀ ਕੁਝ ਸਮਾਂ ਜੀ ਸਕਦੇ ਹਾਂ, ਪਾਣੀ ਤੋਂ ਬਿਨਾਂ ਵੀ ਜੀ ਸਕਦੇ ਹਾਂ, ਬਹੁਤ ਕੁਝ ਹੈ ਉਹਦੇ ਬਿਨਾਂ ਆਪਾਂ ਕਈ ਘੰਟੇ ਰਹਿ ਸਕਦੇ ਹਾਂ। ਪਰ ਇੱਕ ਚੀਜ਼ ਐਸੀ ਹੈ ਜਿਹਦੇ ਬਿਨਾਂ ਆਪਾਂ ਇੱਕ ਸੈਕਿੰਡ ਵੀ ਨਹੀਂ ਰਹਿ ਸਕਦੇ। ਉਹ ਕੀ ਹੈ? ਉਹ ਹੈ ਸਾਡੇ ਸਵਾਸ। ਸਭ ਨਾਲੋਂ ਕੀਮਤੀ ਨੇ ਸਾਡੇ ਸਵਾਸ, ਜਿਨ੍ਹਾਂ ਬਿਨਾਂ ਆਪਾਂ ਇੱਕ ਸੈਕਿੰਡ ਵੀ ਨਹੀਂ ਰਹਿ ਸਕਦੇ। ਬਸ ਜੇ ਨਾ ਆਇਆ ਫਿਰ ਨਾਲ ਦਿਆਂ ਨੇ, ਘਰਦਿਆਂ ਨੇ ਕਹਿਣਾ ਬਸ ਹੁਣ ਇਹਨੂੰ ਚੱਕ ਲੈ ਚੱਲੋ, ਬਸ ਖਤਮ ਹੋ ਗਿਆ ਹੁਣ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨਾਮ ਦੇ ਅਭਿਆਸ ਵਿੱਚ ਇੰਨੇ ਜੁੜ ਜਾਂਦੇ ਨੇ ਕਿ ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਇੰਨਾ ਜ਼ਿਆਦਾ ਉਹਨਾਂ ਦਾ ਅੰਦਰ ਵਾਹਿਗੁਰੂ ਦੇ ਨਾਮ ਵਿੱਚ ਪਰੋਤਾ ਜਾਂਦਾ ਹੈ। ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਨੇ, ਭਗਤ ਕਰੋ ਹਰ ਕੇ ਗੁਣ ਗਾਵੋ। ਮੈਂ ਤਾਂ ਹੁਣ ਵਾਹਿਗੁਰੂ ਦੀ ਭਗਤੀ ਕਰਦਾ, ਹਰ ਸਮੇਂ ਉਹਦੇ ਗੁਣ ਗਾਉਂਦਾ ਹਾਂ। 8 ਪੈਰ ਆਪਣਾ ਖਸਮ ਧਿਆਵੋ, 8 ਪੈਰ ਆਪਣੇ ਖਸਮ ਨੂੰ ਧਿਆ ਰਹੇ ਹਾਂ। ਸਿਮਰਨ ਕਰ ਕੇ ਐਸਾ ਸਮਾਂ ਆ ਜਾਂਦਾ ਹੈ ਕਿ ਸਾਡੇ ਸਵਾਸ ਵਿੱਚ ਨਾਮ ਚੱਲ ਜਾਂਦਾ ਹੈ। ਕਿਵੇਂ? ਵੇਖੋ ਤੁਸੀਂ ਗੁਰਬਾਣੀ ਵਿੱਚ ਮਹਾਰਾਜ ਨੇ ਇੱਕ ਪ੍ਰਮਾਣ ਦਿੱਤਾ ਹੈ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਅਮਲੀ ਦੁਨੀਆ, ਬਹੁਤ ਸਾਰੀ ਦੁਨੀਆ ਨਸ਼ਾ ਕਰਦੀ, ਤਕਰੀਬਨ ਥੋੜ੍ਹੀ ਬਹੁਤੀ ਦੁਨੀਆ ਨੂੰ ਛੱਡ ਕੇ
ਨਸ਼ਾ ਕਰਦੀ, ਪਰ ਸਾਰੀ ਦੁਨੀਆ ਅਮਲੀ ਨਹੀਂ ਹੈ। ਅਮਲੀ ਇੰਨਾ ਕੁ ਉਹਨੇ ਨਸ਼ਾ ਕੀਤਾ ਆਪਣੇ ਜੀਵਨ ਵਿੱਚ ਕਿ ਉਹ ਹੁਣ ਅੱਠੇ ਪਹਿਰ ਨਸ਼ੇ ਵਿੱਚ ਹੀ ਰਹਿੰਦਾ ਹੈ। ਉਹ ਨਸ਼ੇ ਬਿਨਾਂ ਰਹਿ ਹੀ ਨਹੀਂ ਸਕਦਾ। ਉਹਦੀ ਹਾਲਤ ਵੀ ਦੱਸਦੀ ਹੈ ਸਰੀਰ ਦੀ ਵੀ, ਇਹ ਪੱਕਾ ਅਮਲੀ ਹੈ। ਇਸੇ ਤਰ੍ਹਾਂ ਗੁਰਮੁਖਾਂ ਨੇ ਇੰਨਾ ਕੁ ਨਾਮ ਦਾ ਅਭਿਆਸ ਕੀਤਾ, ਉਹਨਾਂ ਦੇ ਜੀਵਨ ਤੋਂ ਪਤਾ ਲੱਗਣ ਲੱਗ ਜਾਂਦਾ ਗੁਰਮੁਖ ਹੈ। ਜੀਵਨ ਤੋਂ ਪਤਾ ਲੱਗਣ ਲੱਗ ਜਾਂਦਾ ਵੀ ਇਹ ਵਾਕਿਆ ਹੀ ਗੁਰਮੁਖ ਹੈ। ਨਹੀਂ ਤੇ ਜਿਵੇਂ ਆਮ ਕੋਈ ਥੋੜ੍ਹਾ ਬਹੁਤਾ ਨਸ਼ਾ ਕਰਦਾ ਹੈ, ਨਸ਼ੇ ਨੂੰ ਪ੍ਰਮੋਟ ਨਹੀਂ ਆਪਾਂ ਕਰ ਰਹੇ, ਇੱਕ ਮਹਾਰਾਜ ਨੇ ਸਮਝਾਉਣ ਦਾ ਤਰੀਕਾ ਦੱਸਿਆ ਹੈ ਕਿ ਜਿਵੇਂ ਕੋਈ ਆਮ ਥੋੜ੍ਹਾ ਬਹੁਤਾ ਨਸ਼ਾ ਕਰਦਾ ਪਰ ਉਹਨੂੰ ਅਮਲੀ ਨਹੀਂ ਆਖਿਆ ਜਾ ਸਕਦਾ। ਥੋੜ੍ਹਾ ਬਹੁਤਾ ਨਿਤਨੇਮ ਕਰ ਲਿਆ, ਗੁਰਮੁਖ ਨਹੀਂ ਬਣਿਆ ਅਜੇ। ਥੋੜ੍ਹੀ ਬਹੁਤੀ ਸਾਧਨਾ ਕਰ ਲਈ ਜੇ ਗੁਰਮੁਖ ਨਹੀਂ। ਗੁਰਮੁਖ ਤਾਂ ਉਹੀ ਬਣੇਗਾ ਜਿਹੜਾ ਬਿਲਕੁਲ ਨਾਮ ਦੇ ਵਿੱਚ ਗੁਰਮੁਖ ਰੋਮ ਰੋਮ ਹਰਿ ਧਿਆਵੈ, ਨਿਸ਼ਾਨੀ ਦੱਸਤੀ ਮਹਾਰਾਜ ਨੇ। ਮਾਫ ਕਰਨਾ, ਅਜੇ ਗੁਰਮੁਖ ਨਹੀਂ ਆਪਾਂ ਬਣੇ, ਅਜੇ ਤੂੜਾ ਐੜਾ ਵੀ ਨਹੀਂ ਆਇਆ, ਅਜੇ ਤਾਂ ਬੜਾ ਲੰਮਾ ਪੈਂਡਾ ਹੈ। ਅਮਲੀ ਕੌਣ ਬਣਦਾ? ਜਿਹੜਾ ਦਿਨ ਰਾਤ ਨਸ਼ੇ ਵਿੱਚ ਹੀ ਰਹੇ, ਦਿਨ ਰਾਤ ਅੱਠੇ ਪਹਿਰ ਹੀ, ਭੁੱਲ ਗਿਆ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਕੌਣ ਰਿਸ਼ਤੇਦਾਰ, ਕੌਣ ਪਰਿਵਾਰ, ਕੌਣ ਕਾਰੋਬਾਰ, ਕੌਣ ਬੱਚੇ, ਭੁੱਲ ਗਿਆ ਵਿਸ਼ੇ ਵਿਕਾਰਾਂ ਨੂੰ, ਕੀ ਹੈ ਕਾਮ, ਕੀ ਹੈ ਕ੍ਰੋਧ, ਕੀ ਹੈ ਲੋਭ, ਬਸ ਬਾਣੀ ਵਿੱਚ ਹੀ ਜੁੜਿਆ ਰਹਿੰਦਾ ਹੈ, ਉਹ ਬਣ ਗਿਆ ਗੁਰਮੁਖ। ਤੋ ਭਗਤ ਨਾਮਦੇਵ ਜੀ ਕਹਿੰਦੇ ਆਠ ਪੈਰ ਆਪਣਾ ਖਸਮ ਧਿਆਵੋ। ਇਸ ਤਰ੍ਹਾਂ ਅੱਠੇ ਪੈਰ ਆਪਣੇ ਖਸਮ ਨੂੰ ਧਿਆਉਣਾ ਕੀਤਾ ਹੈ। ਸੋਨੇ ਕੀ ਸੂਈ ਰੂਪੇ ਕਾ ਧਾਗਾ, ਗੁਰੂ ਦਾ ਸ਼ਬਦ ਜਿਹੜਾ ਸੋਨੇ ਦੀ ਸੂਈ ਹੈ। ਰੂਪੇ ਕਾ ਧਾਗਾ, ਜਿਹੜੀ ਆਪਣੀ ਬਿਰਤੀ ਸ਼ੁੱਧ ਕੀਤੀ ਹੈ, ਇਹ ਧਾਗਾ ਹੈ। ਭਾਵ ਆਪਣੀ ਬਿਰਤੀ ਸੋਚਣ ਸ਼ਕਤੀ ਨੂੰ ਚੰਗੇ ਪਾਸੇ ਲਾ ਲਿਆ। ਜਦੋਂ ਤੱਕ ਸਾਡੇ ਵਿਚਾਰ ਚੰਗੇ ਨਹੀਂ ਹਨ, ਭਾਵੇਂ ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਈਏ, ਸਾਡਾ ਮਨ ਗੁਰੂ ਦੇ ਸ਼ਬਦ ਨਾਲ, ਗੁਰੂ ਨਾਲ, ਰੱਬ ਨਾਲ ਅਟੈਚ ਨਹੀਂ ਹੋਵੇਗਾ। ਆਪਣੀ ਬਿਰਤੀ ਸ਼ੁੱਧ ਕਰਨੀ ਪਏਗੀ, ਜਿਹਨੂੰ ਕਹਿੰਦੇ ਨੀਅਤ। ਆਪਣੀ ਨੀਅਤ ਚੰਗੀ ਕਰਨੀ ਪਵੇਗੀ। ਜਦੋਂ ਨੀਅਤ ਚੰਗੀ ਹੋਵੇਗੀ, ਬਿਰਤੀ ਸ਼ੁੱਧ ਹੋਗੀ, ਉਹ ਫਿਰ ਸੂਈ ਦੇ ਵਿੱਚ ਧਾਗਾ ਪੈ ਜਾਂਦਾ ਹੈ। ਧਾਗਾ ਮੋਟਾ ਸਾਰਾ ਰੱਸਾ ਹੋਵੇ, ਉਹ ਸੂਈ ਵਿੱਚ ਨਹੀਂ ਪਵੇਗਾ, ਸੂਈ ਵਿੱਚ ਧਾਗਾ ਪਏਗਾ ਬਰੀਕ, ਬਿਲਕੁਲ ਐਨ ਬਿਰਤੀ ਨੂੰ ਸੰਸਾਰ ਵੱਲੋਂ ਰੋਕ ਲਿਆ, ਤਾਂ ਫਿਰ ਨਾਮੇ ਕਾ ਚਿਤ ਹਰਿ ਸਿਉ ਲਾਗਾ। ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਮੇਰਾ ਚਿੱਤ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਗਿਆ, ਓਤ ਪੋਤ ਹੋ ਗਿਆ, ਪਰੋਤਾ ਗਿਆ। ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਬਹੁਤ ਗਹਿਰਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।